हाँ जी स्टूडेंट्स, ਅਸੀਂ ਚੈਪਟਰ ਸ਼ੁਰੂ ਕੀਤਾ ਯੂਨਿਟਸ ਐਂਡ ਮੈਜ਼ਰਮੈਂਟਸ। ਉਹ 'ਚ ਅਸੀਂ ਫੰਡਾਮੈਂਟਲ ਜਿਹੜੇ ਯੂਨਿਟਸ ਆ ਡਿਸਕਸ ਕਰ ਚੁੱਕੇ ਸਾਂ, ਸਾਥ ਉਹਨਾਂ ਦੇ ਡੈਫੀਨੇਸ਼ਨਸ। ਅੱਜ ਅਸੀਂ ਕਰਨ ਜਾ ਰਹੇ ਹਾਂ ਸਪਲੀਮੈਂਟਰੀ ਯੂਨਿਟਸ। ਉਹ ਕਿੰਨੇ ਨੇ? ਦੋ ਸਾਡੇ ਕੋਲ। ਕਿਹੜਾ ਰੇਡੀਅਨ ਤੇ ਸਟੇਰੇਡੀਅਨ। ਇਹ ਦੋਨਾਂ ਯੂਨਿਟਸ ਦੀ ਡੈਫੀਨੇਸ਼ਨ ਕੀ ਆ, ਇਹਨਾਂ ਨੂੰ ਸਮਝਣਾ ਆਪਾਂ ਇਹਦੇ ਬਾਰੇ ਹੀ ਗੱਲ ਕਰਨੀ ਆ। ਤਾਂ ਪਹਿਲਾਂ ਹੀ ਗੱਲ ਸ਼ੁਰੂ ਕਰੀ ਰੇਡੀਅਨ ਦੀ। तो रेडियन की है, रेडियन is SI unit of plane angle. What is radian? It is SI unit, ਜਿਹੜਾ supplementary unit of plane angle. ਸੋ ਆਹ ਵਰਡ ਆ ਗਿਆ ਪਹਿਲਾਂ plane angle। ਸਾਨੂੰ ਪਹਿਲਾਂ plane angle ਪਤਾ ਹੋਏਗਾ ਤੇ ਫਿਰ ਆਪਾਂ ਇਹਦੀ ਗੱਲ ਕਰ ਸਕਦੇ ਰੇਡੀਅਨ ਦੀ। तो प्लेन एंगल बच्चों की है साढ़े कोल जो आज तक तुसी पढ़ते रहे एंगल जिन्हों कहते जे दैट एंगल इज प्लेन एंगल। आ एक लाइन है कि साढ़े कोल ये लाइन दे आपा आ नीचे एक लाइन लगा दिए ते ऐसे भी लाइन लगा दिए। तुसी पढ़ते रहे दिस इज द एंगल, दिस इज द एंगल स्पेंड बाय दिस लाइन AB एट पॉइंट O। ये आड़ी बॉडी AB आ एस O पॉइंट ते एंगल कितना बना रही, थीटा एंगल बनाती पई है। ਹੁਣ ਦੇਖੋ ਕੀ ਦੇਖਦੇ ਆਪਾਂ, ਜੇ ਆ ਬੋਡੀ AB ਜਿਹੜੀ ਆ ਇਹ ਲਾਗੇ ਆ ਜਾਂਦੀ ਕੀ ਹੋਏਗਾ, ਇੱਥੇ ਆ ਜਾਂਦੀ। ਤੁਸੀਂ ਕੀ ਦੇਖਣਾ ਫਿਰ, ਜਿਵੇਂ ਆ ਲਾਈਨ ਸਾਡੀ ਪਾਣੀ ਉਹਨੂੰ ਕੀ ਦੇਖ ਰਹੇ ਆ, ਜਿਉਂ ਜਿਉਂ ਇਹ ਲਾਗੇ ਆ ਰਿਹਾ ਬੋਡੀ, ਇਹਨੂੰ ਕਹਿੰਦਾ A' B'। ਐਂਗਲ ਵੱਡਾ ਹੋ ਰਿਹਾ, ਜਿਉਂ ਜਿਉਂ ਦੂਰ ਜਾ ਰਿਹਾ ਵਾ, ਮੰਨ ਲਓ ਇੱਥੇ ਬੋਡੀ ਚਲੀ ਜਾਂਦੀ ਆ। ਇਸ ਤਰ੍ਹਾਂ ਦੀ ਗੱਲਾਂ ਅਸੀਂ ਪੜ੍ਹ ਚੁੱਕੇ ਹਾਂ ਆਲਰੇਡੀ। ਤੁਹਾਨੂੰ ਪਤਾ ਦੂਰ ਜਾਣਾ ਐਂਗਲ ਛੋਟਾ ਹੁੰਦਾ, ਫਿਰ ਐਂਗਲ ਛੋਟਾ ਹੋ ਰਿਹਾ, ਬੋਡੀ ਸੇਮ ਹੈਗੀ ਆ ਤੇ ਬੋਡ ਐਂਗਲ ਕਾਹਤੇ ਡਿਪੈਂਡ ਕਰ ਰਿਹਾ? ਦਿਸ ਐਂਗਲ ਡਿਪੈਂਡਸ ਔਨ ਬੋਥ ਸਾਈਜ਼ ਤੇ ਵੀ ਡਿਪੈਂਡ ਕਰਦਾ ਵਾ ਤੇ ਨਾਲ ਦੂਰੀ ਤੇ ਡਿਪੈਂਡ ਕਰਦਾ ਹੈਗਾ। ਹੋਰ ਇਹੀ ਬੋਡੀ ਇੱਥੇ ਹੀ AB ਤੇ ਇਸ ਤਰ੍ਹਾਂ ਦਾ ਕੇਸ ਆ ਜੇ, ਬੋਡੀ AB ਹੈ, ਇਹਨੇ ਆਪਣੀ ਪੋਜੀਸ਼ਨ ਨਹੀਂ ਛੱਡੀ ਪਰ ਹੌਲੀ ਹੌਲੀ ਬੋਡੀ ਜਿਹੜੀ ਵੱਡੀ ਹੋਣੀ ਸ਼ੁਰੂ ਹੋਈ। ਦਰਖਤ ਦੀ ਗੱਲ ਕਰ ਲਓ, ਥੋੜਾ ਇੱਥੇ ਚਲਾ ਗਿਆ ਥੋੜੇ ਸਮੇਂ ਬਾਅਦ ਕੀ ਦੇਖਿਆ, ਸਾਈਜ਼ ਵੱਡਾ ਹੋਣ ਨਾਲ ਵੀ ਐਂਗਲ ਵੱਡਾ ਹੋ ਰਿਹਾ ਹੈ। ਸੋ ਆਹ ਜਿਹੜੀ ਗੱਲਾਂ ਤੁਸੀਂ ਪੜ੍ਹਦੇ ਰਹੇ ਛੋਟੇ ਹੁੰਦਿਆਂ ਜੂਨੀਅਰ ਕਲਾਸਿਸ 'ਚ, ਇਹ ਸਾਰਾ ਐਂਗਲ ਕਿਹੜਾ ਪਲੇਨ ਐਂਗਲ ਕਹਿੰਦੇ ਇਹਨੂੰ। ਹੁਣ ਇਹਨੂੰ ਪਲੇਨ ਕਿਉਂ ਕਹਿੰਦੇ ਅਸੀਂ? ਪਲੇਨ ਮੀਨਸ ਦ ਐਂਗਲ ਵਿਚ ਇਜ਼ ਮੇਡ ਔਨ ਏ ਸਰਫੇਸ। ਇੱਕ ਸਰਫੇਸ ਤੇ ਐਂਗਲ ਬਣਦਾ ਪਿਆ ਹੈ। ਜਿਸ ਤਰ੍ਹਾਂ ਮੈਂ ਕਹਾਂ ਐਸੇ ਕਰਦੇ ਖਲੋ ਗਿਆ ਸੀ ਮੈਂ, ਇੱਥੋਂ ਮੇਰੇ ਕੋਲ ਲਾਈਨ ਦੇਖਦਾ ਮੈਂ ਦੂਰ, ਆਹ ਲਾਈਨ ਦੇਖ ਰਿਹਾ, ਇਸ ਲਾਈਨ ਤੋਂ ਮੈਂ ਦੇਖਦੇ ਹੋ ਇੱਥੋਂ ਇੱਥੇ ਹੱਥ ਰੱਖਿਆ, ਇਸ ਤੋਂ ਬਾਅਦ ਘੁਮਾ ਕੇ ਇੱਧਰ ਲੈ ਗਿਆ। ਪਹਿਲਾਂ ਮੈਂ ਇੱਥੇ ਦੇਖ ਸ਼ੁਰੂ ਕੀਤਾ, ਵੇਖਦੇ ਮੈਂ ਉਹਦੀ ਦੂਸਰੀ ਬਾਉਂਡਰੀ ਚਲਾ ਗਿਆ, ਤੱਕ ਸਾਰੇ ਐਂਡ ਤੱਕ ਚਲਾ ਗਿਆ। ਮੈਂ ਇਸ ਪਲੇਨ 'ਚ ਰਿਹਾ, ਮੈਂ ਬਲੈਕ ਬੋਰਡ ਦਾ ਸਰਫੇਸ ਨਹੀਂ ਛੱਡਿਆ, ਤਾਂ ਇਹਨੂੰ ਕਹਿੰਦੇ ਪਲੇਨ ਐਂਗਲ। ਪਲੇਨ ਮੀਨਸ ਇਹ 2 ਡਾਈਮੈਂਸ਼ਨਲ ਸਰਫੇਸ ਸਾਡੇ ਕੋਲ। ਇਹ ਆ ਗਿਆ 1 ਡਾਈਮੈਂਸ਼ਨਲ ਲਾਈਨ, ਇਹਨੂੰ ਕਹਿੰਦੇ ਆਪਾਂ ਲਾਈਨ, ਇੱਕੋ ਲੰਬੀ ਲਾਈਨ ਆ। ਜੇ ਸਾਨੂੰ ਇਧਰ ਸਰਫੇਸ ਦੇ ਦਈਏ ਵੀ ਇਹਦੇ ਉੱਪਰ ਆਪਾਂ ਰਹਿਣਾ, ਇਹਨੂੰ ਕਹਿੰਦੇ 2 ਡਾਈਮੈਂਸ਼ਨਲ, ਇਹਨੂੰ ਕਹਿੰਦੇ ਪਲੇਨ ਸਰਫੇਸ। ਤੇ ਜੇ ਹਵਾ ਉੱਡਣਾ ਸ਼ੁਰੂ ਕਰ ਦਾਂਗੇ ਇਟ ਮੀਨ 3 ਡਾਈਮੈਂਸ਼ਨਲ 3D, ਉਹ ਸਾਡਾ ਸਟਰਕਚਰ ਆ। ਸੋ ਪਲੇਨ ਐਂਗਲ ਕੀ ਆ? ਦਿਸ ਇਜ਼ ਦ ਐਂਗਲ ਮੇਡ ਇਨ ਦ ਪਲੇਨ। ਕਿਸੇ ਸਰਫੇਸ ਐਂਗਲ ਬਣਦਾ ਪਿਆ, ਇਸ ਤਰ੍ਹਾਂ ਮੂਵਮੈਂਟ ਸਾਡੀ ਹੋ ਰਹੀ ਐਂਗਲ ਬਣਾਉਣ ਵਾਸਤੇ, ਉਹ ਐਂਗਲ ਕਰਦੇ ਪਏ ਆ। ਹੋਰ ਉਹਨੂੰ ਦੇਖਣਾ ਜਾ ਕੇ ਕਿਸ ਤਰ੍ਹਾਂ ਪੜ੍ਹਿਆ ਆਪਾਂ। ਸਪੋਜ਼ ਵੀ ਆਰ ਟਾਕਿੰਗ ਅਬਾਊਟ ਅ ਸਰਕਲ। ਇੱਕ ਸਾਡੇ ਕੋਲ ਸਰਕਲ ਹੈ, ਇਹ ਸਰਕਲ ਡਰਾ ਕਰ ਲਿਆ ਸੀ, ਇਹ ਸਰਕਲ ਦਾ ਸੈਂਟਰ ਆ। ਇਥੋਂ ਅਸੀਂ ਇਹ ਲਾਈਨ ਲਿਖ, ਥੋੜਾ ਜਿਹਾ ਘੁਮਾਇਆ ਉੱਪਰ ਚੱਲ ਗਿਆ ਰੇਡੀਅਸ ਤੇ ਇਹ ਆ ਗਈ ਸਾਡੇ ਕੋਲ, ਇਹਨੂੰ ਅਸੀਂ ਕਹਿੰਦੇ ਆਰਕ। ਇਹ ਕਿਹਦੇ ਬਣ ਗਿਆ? ਦਿਸ ਇਜ਼ ਆਰਕ AB। ਮੈਂ ਕਹਿੰਦਾ AB ਆਰਕ ਹੈ। AB ਕੀ ਸਾਡੇ ਕੋਲ RAB ਸਰਕਲ ਦੀ ਕੋ ਆਰਕ ਹੈ ਤੇ ਕੀ ਕਰ ਰਹੀ ਹੈ? ਇਟ ਸਬਟੈਂਡਸ ਐਂਗਲ ਥੀਟਾ। ਇੱਥੇ ਐਂਗਲ ਬਣਾ ਰਹੀ ਹੈ ਥੀਟਾ ਨੂੰ ਕਹਿੰਦੇ ਐਂਗਲ, ਇਹਨਾਂ ਐਂਗਲ ਸਪਲਾਈ ਕਰ ਰਹੀ ਹੈ। ਤੇ मान लीजिए रेडियस कितना है R रेडियस ऑफ द सर्कल, देन L की आ गई लेंथ साढ़े को आ चुकी है। तो की देखा जिहड़ा प्लेन एंगल आ थीटा एस किस के बराबर आ गया? आर्क अपॉन रेडियस इन द केस ऑफ सर्कल सब बनाए तो थीटा क्या है? L अपॉन R।
ਇਸ ਤਰ੍ਹਾਂ ਲਿਖ ਸਕਦੇ ਹਾਂ ਆਪਾਂ L ਬਟਾ R ਹੈ ਸਾਡਾ ਐਂਗਲ ਦਿਸ ਪਲੇਨ ਐਂਗਲ ਡਨ। ਇਹ ਗੱਲ ਤਾਂ ਕਲੀਅਰ ਹੋ ਗਈ ਇੱਥੋਂ ਸਰਕਲ ਦੇ ਕੇਸ 'ਚ ਇਸ ਤਰ੍ਹਾਂ ਹੋਏਗਾ। ਹੁਣ ਇਹਦੀ ਯੂਨਿਟ ਸੀ ਮੇਜਰ ਕਰਦੇ ਹਾਂ। ਹੁਣ ਤੁਸੀਂ ਕਹੋਗੇ ਕਿ ਅਸੀਂ ਤਾਂ ਇਹਨੂੰ ਡਿਗਰੀ ਵਿੱਚ ਮੇਜਰ ਕਰਦੇ ਰਹੇ ਹਾਂ। ਹੁਣ ਆਪਾਂ ਦੇਖੀਏ ਇੱਥੋਂ ਘੁੰਮ ਕੇ ਤੁਹਾਨੂੰ ਛੋਟੇ ਜਿਹੇ ਐਂਗਲ ਬਣਾ ਦੇ ਰਹੇ ਹਾਂ। ਇਹ ਆਰਕ ਲੈ ਕੇ 30 ਡਿਗਰੀ ਐਂਗਲ ਪੂਰਾ ਜਿਹੜਾ ਐਂਗਲ ਇੱਥੇ ਆ ਜਾਂਦਾ ਸੀ ਕਿੰਨਾ ਐਂਗਲ ਹੋ ਜਾਂਦਾ ਜੀ 90 ਡਿਗਰੀ ਐਂਗਲ ਹੋ ਜਾਂਦਾ ਬਣਿਆ ਰਹਿਣਾ। ਫਿਰ ਘੁੰਮ ਕੇ ਦੂਜੇ ਪਾਸੇ ਆ ਜਾਈਏ ਕਿੰਨਾ ਐਂਗਲ ਹੁੰਦਾ ਸਾਡੇ ਕੋਲ ਸੀ ਕਹਿੰਦੇ 180 ਐਂਗਲ ਹੋ ਗਿਆ। ਹੋਰ ਅੱਗੇ ਚਲੇ ਜਾਈਏ ਇੱਧਰ ਚੌਥੇ ਹਿੱਸੇ 'ਚ ਆਪਾਂ ਕਹਿੰਦੇ 270 ਹੋ ਗਿਆ ਉਹ 90 ਆ ਗਏ। ਫਿਰ ਘੁੰਮ ਕੇ ਜਾਈਏ ਤੇ ਕਿੰਨਾ 360 ਪੂਰਾ ਹੋ ਜਾਂਦਾ ਹੈ। ਤਾਂ ਅਸੀਂ ਡਿਗਰੀਆਂ 'ਚ ਪੜਿਆ ਹੈਗਾ ਪੂਰਾ ਚੱਕਰ ਲਾਈਏ ਤੇ ਐਂਗਲ ਕਿੰਨਾ ਬਣਦਾ ਵਾ 360 ਡਿਗਰੀ। ਤੇ ਸਾਡੇ ਪਾਸ ਯੂਨਿਟ ਕੀ ਨੇ ਤੁਸੀਂ ਕਹੋਗੇ ਸਰ ਅਸੀਂ ਪੜ੍ਹੇ ਨੇ ਡਿਗਰੀ ਆ ਤੱਕ ਹੀ ਡਿਗਰੀ ਪੜ੍ਹਦੇ ਰਹੇ ਕਿੰਨੇ ਡਿਗਰੀ ਐਂਗਲ ਆ ਜੀ ਇਹ ਤਾਂ ਡਿਗਰੀ ਅਸੀਂ ਪੜਿਆ ਵਾ 30 ਡਿਗਰੀ ਦਾ ਐਂਗਲ 60 ਡਿਗਰੀ ਦਾ ਐਂਗਲ ਤੇ ਡਰਾ ਕਰਦੇ ਰਹੇ 90 ਡਿਗਰੀ ਦਾ ਐਂਗਲ ਐਂਡ ਸੋ ਔਨ ਇਹ ਸਾਰੇ ਐਂਗਲ ਤੁਸੀਂ ਦੇਖਿਆ ਗਏ ਨੇ। ਆ ਡਿਗਰੀ ਯੂਨਿਟ ਤੁਸੀਂ ਪੜਿਆ ਵਾ ਪਰ ਅਸੀਂ ਉਹ ਕਹਿਣਾ ਸ਼ੁਰੂ ਕਰਦਾ ਪਰ ਰੇਡੀਅਨ ਦੋਵਾਂ 'ਚ ਕੀ ਫਰਕ ਹੈਗਾ ਪਹਿਲਾਂ ਡਿਗਰੀ ਸਮਝ ਲਈ ਆਪਾਂ ਡਿਗਰੀ ਕਿਸ ਤਰ੍ਹਾਂ ਬਣਦੀ ਆ ਇਹ ਡਿਗਰੀ ਐਂਗਲ ਹੁੰਦਾ ਕਿੰਨਾ ਵਾ। तो अगेन आप देखिए कि एक सर्कल बना लिए आ सर्कल साडे को है ये दा सेंटर है तो तुसी की करो ਇਹਦਾ ਜਿਹੜਾ ਮੰਨ ਲਓ ਇੱਥੇ ਸੈਂਟਰ ਕਰ ਦੀ ਇਹ ਸਰਕਲ ਜਿਹੜਾ ਵਾ ਇਹਦੇ ਹਿੱਸੇ ਕਰਨੇ ਸ਼ੁਰੂ ਕਰ ਦੋ ਬਰਾਬਰ ਦੇ ਨਿੱਕੇ ਨਿੱਕੇ ਹਿੱਸੇ ਕਰੋ ਬਰਾਬਰ ਦੇ ਇਸ ਤਰ੍ਹਾਂ ਕਟਿੰਗ ਕਰਨੀ ਸ਼ੁਰੂ ਕਰ ਦੋ ਨਿੱਕੇ ਨਿੱਕੇ ਕਰੋ ਕਿੰਨੇ ਕਰਨੇ ਨੇ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਇਹਦੇ 360 ਹਿੱਸੇ ਕਰ ਦੋ ਕਿੰਨੇ ਹਿੱਸੇ ਕਰ ਦੋ 360 ਹਿੱਸੇ ਕਰ ਦੋ तो 360 डिग्री ਹਿੱਸੇ ਕਰਦੇ ਤੁਸੀਂ ਮੈਂ ਇਸ ਥੋੜਾ ਜਿਹਾ ਵੱਡਾ ਬਣਾਦਾ ਦੇਖਣ 'ਚ ਲੱਗਿਆ ਸੌਖਾ ਲੱਗੇਗਾ ਤੇ ਮੈਂ ਗੱਲ ਸੁਣਾਉਂਦਾ ਮੈਂ ਸੋਚਦਾ ਵੀ ਇਹਦੇ ਵੱਡੇ ਹਿੱਸੇ ਹੋ ਗਏ ਹੈ ਨਹੀਂ ਇਸ ਤਰ੍ਹਾਂ ਪਰ ਪਿਕਚਰ ਸ਼ੋ ਕਰਨ ਵਾਸਤੇ ਕਿੰਨੇ ਹਿੱਸੇ ਕਰਦੇ 360 ਪਾਰਟਸ ਕਰ ਦਈਏ ਇਹਦੇ ਕਿੰਨੇ ਹਿੱਸੇ ਕਰਦੇ 360 such parts are there ਫਿਰ ਇੱਕ ਪਾਰਟ ਦੇ ਆਸੇ-ਪਾਸੇ ਜਿਹੜਾ ਇੱਕ ਹਿੱਸਾ ਕੀਤਾ ਇਹ ਜਿਹੜਾ ਐਂਗਲ ਹੈ ਆਰਕ ਬਣਾਏਗੀ that is called 1 degree पूरे चक्कर दे किन्ने हिस्से करते ने 360 2 3 एक अन एक एजीटू 1 2 3 4 5 6 घूमते 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 किन्ने आना फिर घूम के इथे 360 हिस्से करने आ आ पहला ऐसा 1 डिग्री आ भी 1 डिग्री आ भी 1 डिग्री फिर इथों 2 डिग्री 3 डिग्री एंड सो ऑन की कीता एक चक्कर दे सर्कमफ्रेंस ते किन्ने से कीते 360 पार्ट्स आर डन एक दे आप कर ली फिर एक पार्ट जेड़ा मिलाएगा दैट बिकम्स 1 डिग्री तो सर्कल ਦੇ ਅਸੀਂ 360 ਡਿਗਰੀ ਮੰਨਦੇ ਆ ਪੂਰਾ ਐਂਗਲ ਕਿੰਨਾ ਹੈ 360 ਡਿਗਰੀ ਦਾ ਹੁੰਦਾ ਹੈ ਇਹ ਤੁਸੀਂ ਪੜਿਆ ਠੀਕ ਹੈ ਅੱਧਾ ਕਿੰਨਾ ਹੋ ਗਿਆ 180 ਡਿਗਰੀ ਦਾ ਹੁਣ ਇੱਕ ਹੋਰ ਰੇਡੀਅਨ ਹੁੰਦਾ ਇਸ ਤੋਂ ਛੋਟਾ ਇਹ ਡਿਗਰੀ ਆ ਗਿਆ ਇੱਕ ਡਿਗਰੀ ਚ ਕੋਈ ਹੋਰ ਚੀਜ਼ ਹੁੰਦੀ ਹੈ ਆਪਾਂ ਕਹਿੰਦੇ 60 ਮਿੰਟਸ ਜਿੱਦਾਂ ਘੜੀ ਦਾ ਕੰਮ ਕਰਦੇ ਆਪਾਂ ਇਹਨੂੰ ਲਿਖਦੇ ਆਪਾਂ 60 ਉੱਪਰ ਇੱਕ ਇਤਨਾ ਡੈਸ਼ 60 ਮਿੰਟ ਇਹਦਾ ਮੀਨਿੰਗ ਕੀ ਆ ਇਹਦੇ ਵੀ 60 ਹਿੱਸੇ ਕਰ ਦੋ ਵੀ ਪਹਿਲਾਂ 360 ਹਿੱਸੇ ਕੀਤੇ ਚੱਕਰ ਦੇ ਹੁਣ ਕੱਲਾ ਕੱਲਾ ਇਹਦੇ 1 2 3 ਵੱਡੇ ਸ਼ੋ ਕਰ ਰਿਹਾ ਮੈਂ ਇਹਦੇ 60 ਹਿੱਸੇ ਕਰ ਦੋ ਤੇ ਫੇਰ ਜਦੋਂ ਮਿਲਾਓਗੇ ਨਿੱਕਾ ਜਿਹਾ ਐਂਗਲ ਬਣੇਗਾ that is called 1 minute ਉਹ 1 ਮਿੰਟ ਹੋਏਗਾ ਪਰ ਹਲੇ ਵੀ ਅਸੀਂ ਗੱਲ ਖਤਮ ਨਹੀਂ ਕੀਤੀ ਹੋਰ ਅੱਗੇ ਚੱਲ ਗਏ ਅਸੀਂ ਕਿਹਾ ਮਿੰਟ ਦੇ ਵੀ ਗਾੜੀ 1 ਮਿੰਟ ਚ ਹੋਰ ਹੁੰਦੇ ਨੇ 60 ਸੈਕਿੰਡ ਇਹ ਕੀ ਆ ਉਹ ਕੀ ਕੀਤਾ ਆੜਾ ਛੋਟਾ ਜਿਹਾ ਸਾਫਾ ਸ਼ੋ ਕਰ ਦਿੰਦੇ ਆ ਇਹਦੇ ਵੀ ਵਿੱਚ 60 ਹਿੱਸੇ ਹੋਰ ਅੱਗੇ ਕਰ ਦੋ ਤੇ ਫਿਰ ਜਿਹੜਾ ਇੱਕ ਨਿੱਕਾ ਜਿਹਾ ਲਾਈਨ ਬਣੇਗੀ that would be called 1 second so this is how we make the units in case of degree units ਹੀ ਪੜ੍ਹਦੇ ਰਹੇ ਹੈਗੇ ਆ ਇਹ ਤਾਂ ਡਿਗਰੀ ਬਣਦੀ ਆ ਫਿਰ ਡਿਗਰੀ ਦੇ 60 ਹਿੱਸੇ ਕਰੀਦੇ ਆ ਫਿਰ ਉਹ ਮਿੰਟ ਬਣਦਾ ਫਿਰ ਮਿੰਟ ਦੇ ਫਿਰ 60 ਕਰੀਦੇ ਫਿਰ ਕੀ ਬਣਦਾ ਸੈਕਿੰਡ ਬਣਦਾ ਪਰ ਐਸਾ ਯੂਨਿਟਸ ਵੀ ਆਪਾਂ ਹੋਰ ਲੱਭ ਲਿਆ ਉਹ ਕਿਸ ਤਰ੍ਹਾਂ ਦਾ ਹੈਗਾ ਉਹ ਇਹਦੇ ਹਿਸਾਬ ਨਾਲ ਚੱਲਦਾ ਪਿਆ ਕਿ ਹਾਂ ਹੀ ਦੇਖਿਆ ਵਾ ਐਂਗਲ ਕੀ ਹੁੰਦਾ ਹੈ ਜਿਓਮੈਟ੍ਰਿਕਲੀ ਇਟ ਇਜ਼ ਆਰਕ ਅਪਨ ਰੇਡੀਅਸ ਇਨ ਕੇਸ ਆਫ ਅ ਸਰਕਲ ਕਹਿੰਦਾ ਠੀਕ ਹੈ ਆਪਾਂ ਇੱਕ ਸਰਕਲ ਲੈ ਲਈਏ ਜਿਹਦਾ ਰੇਡੀਅਸ ਕਿੰਨਾ ਵਾ r
ਕਹਿੰਦਾ ਹੁਣ ਇਸ ਤਰ੍ਹਾਂ ਕਰੋ ਜਿੰਨਾ ਇਹ ਰੇਡੀਅਸ ਆ ਨਾ ਉਹਨਾਂ ਮਿਲ ਕੇ ਆਰਕ ਜਿਹੜੀ ਆ ਕੱਟ ਲਓ ਇਥੋਂ। So this ਜਿਹੜੀ length of arc that is equal to radius हो जाए। The length of arc should be equal to the radius। अगर length arc के बराबर है radius बराबर then ही कहा this then it becomes 1 radian। फिर ये बनेगा तो क्या सकते हैं if L is equal to R means arc is equal to length then theta क्या आएगा R upon R is 1 radian। ठीक हो गए। How do you define now radian? हम radian define कर लोगे बड़ा सिंपल आ पे radian वो एंगल है what is 1 radian ਜਦੋਂ ਇੱਕ ਸਰਕਲ ਆਪਾਂ ਲਿਆ किस तरह का जेडी होती आर्क कौन आर्क कितनी चाहिए आर्क शुड बी इक्वल टू द रेडियस ऑफ द सर्कल। सो वी कैन डिफाइन इट लाइक दिस इतना डिफाइन कर सकते हैं। इट इज द एंगल सबटेंडेड by an arc equal to the radius of circle। If the angle surrounded by r equal to the radius circle इथे क्या भी है at the center of circle ऐसा कह लो। if an arc equal to length of arc equal to length of radius is taken then angle subtended by this arc at center of circle at center is 1 radian। फिर एक रेडियन होएगी जिस तरह मर्जी अपनी लैंग्वेज तुसी लिख सकते जे मीनिंग समझ आ गया मेन ਜਿਹੜੀ ਗੱਲ ਹੈਗੀ ਆ ਉਹ ਹੀ ਸਮਝਣੀ ਹੈ। ਫਿਰ ਜਦੋਂ ਆਪਾਂ ਇੱਕ ਸਰਕਲ ਵਿੱਚ r ਕਿੰਨੀ ਲੈ ਲਈਏ ਰੇਡੀਅਸ ਦੇ ਬਰਾਬਰ ਲੈ ਲਈਏ ਉਹ ਜਿਹੜੀ ਸੈਂਟਰ ਤੇ ਐਂਗਲ ਬਣਾ ਰਹੀ ਹੈ ਉਹਨੂੰ ਆਪਾਂ ਕਹਾਂਗੇ ਦਿਸ ਇਜ਼ 1 ਰੇਡੀਅਨ। ਗੱਲ ਕਲੀਅਰ ਹੋ ਗਈ ਹੈ। ਹੁਣ ਅਸੀਂ ਦੇਖੀਏ ਰੇਡੀਅਨ ਤੇ ਨਵਾਂ ਪੜਾਇਆ ਦਾ ਯੂਨਿਟ ਅੱਜ ਅਸੀਂ ਪਹਿਲਾਂ ਹੀ ਪੜ੍ਹਦੇ ਪਏ ਡਿਗਰੀ ਦੋਵਾਂ 'ਚ ਕੀ ਰਿਲੇਸ਼ਨ ਹੈ। ਹੁਣ ਆਪਾਂ ਕੀ ਆਰਕ ਕਹਿੰਦਾ ਇੰਨੀ ਲੰਬੀ ਲੈ ਲਈ ਆਪਾਂ ਮਤਲਬ ਹੋਰ ਲੰਬੀ ਕਰ ਲਾ ਕਹਿੰਦਾ ਹੋਰ ਲੰਬੀ ਕਰ ਲਾ ਹੋਰ ਲੰਬੀ ਕਰ ਲਾ ਹੋਰ ਲੰਬੀ ਕਰ ਲਾ ਕਰਦੇ 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 ਉਹਨੇ ਪੂਰਾ ਚੱਕਰ ਕਢਾਤਾ। ਕਹਿੰਦੇ ਕੀ ਕੀਤਾ ਤੂੰ ਕਹਿੰਦਾ ਮੈਂ ਥੀਟਾ ਲੱਭਦਾ ਪਿਆ ਥੀਟਾ ਕੀ ਆ L upon R। कहते हैं L में क्या ले लिया L में ले लिया 2 पाई R मींस सर्कमफ्रेंस ही पूरा कर लिया। फिर एंगल कितना बनेगा तुसी कहोगे 2 पाई R डिवाइडेड बाय R की रहेगा पीछे R कैंसिल थीटा इज इक्वल टू 2 पाई। ठीक है पूरा एंगल कितना आ गया द कंप्लीट एंगल इट मींस कंप्लीट एंगल जेड़ा वा इज इक्वल टू 2 पाई। 2 पाई की है 2 पाई रेडियन। सो इसे 2 पाई ਦਾ यूनिट भी लिखना शुरू कर दिया ਆਪਾਂ ਤਾਂ ਕਿ ਕੋਈ ਬੰਦਾ ਭੁਲੇਖਾ ਨਾ ਖਾਏ ਵੀ 2 ਪਾਈ ਕਹਿ ਕੇ ਦੀ ਵੈਲਿਊ ਲਿਖ ਲੇ तो ਨਾਲ यूनिट भी मेंशन करिए रेडियन ਆ ਸਿੰਪਲ ਹੈ RAD पूरा लिखना ਤੇ RADIAN ਤੁਹਾਡੀ ਚੁਆਇਸ ਹੈ। 2 ਪਾਈ रेडियन आ चुका। ਹੁਣ ਕੀ ਦੇਖਿਆ ਫਿਰ ਆਪਾਂ ਸਾਨੂੰ ਸਾਨ ਸਮਝ ਆ ਗਈ ਹੈ 2 पाई रेडियन
आर ए डी लिखना शुरू करता मैं स्मॉल ला लो आर ए डी इज इक्वल टू 360 डिग्री ਹੁੰਦਾ ਹੈ धीरे धीरे ਤੁਸੀਂ ਆਲਰੇਡੀ ਭੁੱਲ ਜਾਣਾ ਹੈਗਾ ਨਾ ਤੇ ਸਮਝ ਆ ਨਹੀਂ ਹਾਂ ਆਲਰੇਡੀ ਤੇ ਮਨ ਚ ਫਿਰ ਇਹ ਤੂੰ ਕਹਿਣਾ ਹਾਂ ਵੀ 2 ਪਾਈ ਜਿਹੜਾ ਵਾ 360 ਡਿਗਰੀ ਵਾਪਰ ਹੁੰਦਾ ਹੈ ਤੇ ਪਾਈ ਕਿਹਦੇ ਬਰਾਬਰ ਆ ਗਿਆ ਫਿਰ ਅੱਧਾ ਹੋ ਗਿਆ 1 ਡਿਗਰੀ ਤੇ ਪਾਈ ਬਾਈ 2 ਕਿਹਦੇ ਬਰਾਬਰ ਆ ਗਿਆ 90 ਡਿਗਰੀ ਸਾਰਾ ਰਿਲੇਸ਼ਨ ਸਾਡੇ ਕੋਲ ਬਣ ਚੁੱਕੇ ਇਸ ਤਰ੍ਹਾਂ ਦੇ ਫਿਰ ਤੁਸੀਂ ਕਹੋਗੇ ਅੱਛਾ ਦੋ ਲਾਈਨਾਂ ਨੇ ਆਪਸ 90 ਦੀ ਕੱਟ ਕਰ ਦੀਆਂ ਤਾਂ ਐਂਗਲ ਕਿੰਨਾ ਹੈ ਇੱਕ ਬਚਾ ਗਿਆ 90 ਡਿਗਰੀ ਦੂਜਾ ਕਹੇਗਾ ਨਹੀਂ ਉਹਨੇ ਅਸੀਂ ਪੜਿਆਗਾ ਵੀ ਆਰ ਟੂ ਟਾਕ ਇਨ ਐਸਆਈ ਯੂਨਿਟਸ ਸੋ ਐਸਆਈ ਯੂਨਿਟਸ ਦੀ ਵੈਲਿਊ ਕਿੰਨੀ ਹੈ ਪਾਈ ਬਾਈ 2 ਇੱਥੇ ਪਹੁੰਚ ਜਾਵਾਂਗੇ ਤੇ 180 ਡਿਗਰੀ ਪਾਈ ਬਣ ਗਿਆ ਫਿਰ ਕੋਮ ਕਿਆ ਆਵਾਂਗੇ ਤੇ 2 ਪਾਈ 360 ਡਿਗਰੀ ਐਂਗਲ तो ਆਹ ਰਿਲੇਸ਼ਨ ਤੁਸੀਂ ਚੇਤਾ ਰੱਖਣਾ ਨਾ ਉਧਰ ਕੁਐਸਚਨ ਕਿਸ ਤਰ੍ਹਾਂ ਆਖਦਾ what the angle spent by half of the circumference ਜਦੋਂ ਅੱਧਾ ਚੱਕਰ ਕੱਟਿਆ ਕਿ ਬੋਡੀ ਨੇ ਅੱਧਾ ਚੱਕਰ ਕੀ ਹੋਏਗਾ ਇੱਥੇ ਪਾਈ ਆ ਜਾਏਗਾ ਇੱਥੇ ਪਾਈ ਆ ਜਾਣਾ ਸੀ r ਕੈਂਸਲ ਥੀਟਾ ਪਾਈ ਸੋ ਵੈਨ ਹਾਫ ਆਫ ਦਾ ਸਰਕਲ ਇਜ਼ देयर ਚੱਕਰ ਅੱਧਾ ਕੱਟਿਆ ਆਪਾਂ ਬੋਡੀ ਨੇ ਫਿਰ ਐਂਗਲ ਕਿੰਨਾ ਬਣ ਗਿਆ ਸਾਡੇ ਕੋਲ ਇੱਥੇ ਦਿਸ ਐਂਗਲ ਇਜ਼ ਪਾਈ ਯਾਨੀ ਕਿ 180 ਡਿਗਰੀ ਇਹ ਗੱਲ ਸਮਝ ਆ ਗਈ ਸਾਨੂੰ ਇਹ ਰਿਲੇਸ਼ਨ ਸਾਡਾ ਹੈਗਾ ਰੇਡੀਅਨ ਵਿੱਚ ਤੇ ਡਿਗਰੀ ਵਿੱਚ ਇਹ ਸਮਝ ਆ ਗਿਆ ਕਿ ਇਹ radian 1 radian is that angle which is spent by an arc equal to the radius of circle ਹੁਣ ਆਪਾਂ ਨੈਕਸਟ ਆ ਜੀ ਸਟੀ ਰੇਡੀਅਨ ਜਿਹੜਾ ਸਟੈਰ ਰੇਡੀਅਨ ਦੂਸਰਾ ਐਂਗਲ ਸਾਡਾ ਇਹਦਾ ਸਿੰਬਲ ਕੀ ਆਪਾਂ ਦੇਖਿਆ ਸੀ ਸਿੰਬਲ ਇਹਦਾ ਐਸ ਆਰ ਹੈਗਾ ਇਟ ਇਜ਼ SI unit of solid angle ਨਾ ਨਵੀਂ ਚੀਜ਼ ਆ ਗਈ ਫਿਰ ਸਾਡੇ ਵਾਸਤੇ solid angle ਕੀ ਚੀਜ਼ ਹੈ solid में सख्त ਹੁੰਦਾ ਨਾ solid angle ਕੀ ਚੀਜ਼ ਹੈ ਅਸਾਂ ਕੀ ਦੇਖਿਆ ਆਪਾਂ ਐਂਗਲ ਸਪਰੈਂਡ ਬਾਈ ਆਰਕ ਔਰ ਲਾਈਨ ਕੋਈ ਲਾਈਨ ਸੀ ਇਹ ਕਿੰਨਾ ਐਂਗਲ ਬਣਾਉਂਦੀ ਪਈ ਆ ਜਾਂ ਆਰਕ ਹੈ ਉਹ ਕਿੰਨਾ ਐਂਗਲ ਬਣਾ ਰਹੀ ਹੈ ਉਹ ਸੀ plane angle और solid angle ਕੀ ਸਾਡੇ ਕੋਲ ਹੈਗਾ suppose we have a surface here simple case ਆਪਾਂ ਲੈ ਲਈਏ suppose there is a circle here सर्कल ਤੁਹਾਨੂੰ ਦਿਖਾਈ ਦੇ ਰਿਹਾ सर्कल कुछ इस तरह का वा अगर मैं कहदा तो मैं सर्कल बॉडी लेके आया मान लो सपोज आ मेरे को कवर है आ सर्कल बॉडी ਸਾਡੇ ਕੋਲ ਇੱਥੇ ਹੈ ਇਹਦਾ ਸਰਕਲ ਹੈ ਆ ਬਣਿਆ ਪਿਆ ਤਾਂ 3 ਡਾਈਮੈਂਸ਼ਨ ਚ ਤੁਸੀਂ ਕਿਤੇ ਪੁਆਇੰਟ ਲੈਣਾ ਹੈ ਐਸੇ ਜਗ੍ਹਾ ਤੇ ਤੁਸੀਂ ਕਿਹਾ ਵੀ ਇਹ ਬਾਉਂਡਰੀ ਸਾਰੀ ਮੈਂ ਦੇਖਣੀ ਆ ਮੈਂ ਮੰਨ ਲਓ ਸਰਕਲ ਹੈ ਤੇ ਮੈਂ ਡਰਾ ਕਰਨਾ ਮੈਂ ਸਰਕਲ ਡਰਾ ਕਰ ਰਿਹਾ ਇਸ ਤਰ੍ਹਾਂ ਪੂਰਾ ਚੱਕਰ ਡਰਾ ਕੀਤਾ ਉਹਦੇ ਅੰਦਰ ਪੇਂਟ ਕਰਨਾ ਸ਼ੁਰੂ ਕਰਤਾ ਸਾਰੇ ਪਾਸੇ ਦੇ ਵਿੱਚ ਸਰਕਲ ਚ ਨਾ ਇਹ ਤਾਂ ਮੇਰੀ ਬਾਹਰ ਦਿਖਾ ਹਲਕੇ ਐਂਗਲ ਬਣਾ ਰਹੀ ਹੈ this angle space angle covered by this 3D angle covered by the arm in this case is called solid angle means मैं इधर भी मिलाना शुरू करता एस पॉइंट ना मिलाया ऊपर वाले ना मिलाया मैं कहना मिलावा उधर जाके इन्ना मिला दिए एक इन्ना मिला दिए ये कहता इत्थे मिल जा इत्थे करता अगे गए ਇਹ ਕੀ ਦੇਖਦੇ ਪਏ ਜੇ ਆਹ ਜਿਹੜੀਆਂ ਲਾਈਨਸ ਹੈਗੀਆਂ ਵਾ ਇਹ ਅੰਦਰੋਂ ਆ ਕੇ ਮਿਲਦੀਆਂ ਇਸ ਤਰ੍ਹਾਂ ਸਰਕਲ ਦੇ ਇਟ ਇਜ਼ ਦਾ ਸੋਲਿਡ ਐਂਗਲ ਅਗਰ ਮੈਂ ਕਾ ਬੋਡੀ ਲੈ ਕੇ ਆਇਆ ਤੁਹਾਡੇ ਕੋਲ ਦਿਖਾਉਣ ਵਾਸਤੇ ਇਸ ਤਰ੍ਹਾਂ ਸਾਡਾ ਸਟਰਕਚਰ ਆ ਚੁੱਕਾ ਹੈਗਾ ਇਟ ਇਜ਼ ਸੋਲਿਡ ਐਂਗਲ ਬਣਦਾ ਪਿਆ ਸਟਰਕਚਰ ਦਾ ਸਰਕਲ ਹੈ ਇਟ ਇਜ਼ ਮੇਕਿੰਗ ਦਿਸ ਐਂਗਲ ਐਟ ਦਿਸ ਪੁਆਇੰਟ ਇਹ ਜਿਹੜਾ ਸਾਡੇ ਕੋਲ ਸਪੇਸ ਐਂਗਲ ਬਣ ਗਿਆ ਦੈਟ ਇਜ਼ ਕਾਲਡ ਸੋਲਿਡ ਐਂਗਲ समझ आ गई मेरी गल इस तरह चीज कही साडे कोल दिस एंगल स्पेंड बाय आ इथे सारे पॉइंट को दी बाउंड्री को मिला दिए नीचे आड़ा कोन टाइप चीज आ गई आ दैट इज द सॉलिड एंगल ਇਹਦਾ ਆਪਾਂ यूनिट देखना ਇਹਦਾ ਐਸਾ यूनिट ਕੀ ਹੈਗਾ ਵਾ ਸਟੇ ਰੇਡੀਅਨ ਇਹ यूनिट ਅਸੀਂ ਕਹਿੰਦੇ ਆ ਸਟੇ ਰੇਡੀਅਨ ਜ਼ਰੂਰੀ ਨਹੀਂ ਸਰਕਲ ਹੋਏ ਕਿਸੇ ਵੀ ਤਰ੍ਹਾਂ ਦਾ ਸਟਰਕਚਰ ਹੈ ਮਤਲਬ ਮੈਂ ਕਾਗਜ਼ ਦਾ ਰਫ ਬਣਾ ਕੇ ਦੇਖ ਲਗਾ ਆ ਸਰਕਲ ਬਣਾ ਲਿਆ ਆਪਾਂ ਇਸ ਤਰ੍ਹਾਂ ਬੋਡੀ ਸਾਡੇ ਕੋਲ ਆ ਚੁੱਕੀ ਹੈ या बॉडी कितना एंगल ड्रा करती पई है ਇਹਨੂੰ ਐ ਚਿੱਬਾ ਕਰਕੇ ਦੇਖ ਲਈਏ ਇਹਨੂੰ ਐ ਕਰਕੇ ਦੇਖ ਲਈਏ ਕਿਉਂਕਿ ਲਾਈਨਸ ਲਾਗੇ ਲਾਗੇ ਹੋਣਗੀਆਂ ਬਟ देयर इज ਆਲਵੇਸ ਸਮ ਸਪੇਸ ਕਵਰਡ ਬਾਈ ਦਿਸ ਕੋਈ ਨਾ ਕੋਈ ਸਪੇਸ ਹੀ ਘੇਰਦਾ ਪਿਆ ਇਹਨੂੰ ਮੈਂ ਡੀਫਾਰਮ ਹੀ ਕਰ ਰਿਹਾ ਹਾਂ ਸਮ ਸਪੇਸ ਇਜ਼ ਬੀਇੰਗ ਕਵਰਡ ਬਾਈ ਦਿਸ ਬॉडी ਕੋਈ ਨਾ ਕੋਈ ਸਪੇਸ ਕਵਰ ਕਰਦੀ ਪਈ ਚੀਜ਼ ਇਸ ਕਰਕੇ ਇਹਦੇ ਜਿਹੜਾ ਐਂਗਲ ਬਣਦਾ ਉਹਨੂੰ ਕਹਿੰਦੇ ਆ ਸੋਲਿਡ ਐਂਗਲ ਕੀ ਦੇਖਿਆ ਉਹਦੇ ਚ ਸਾਡਾ ਕੀ ਸੀ ਪਲੇਨ ਐਂਗਲ ਚ
ਜੋ ਪਲੇਨ ਐਂਗਲ ਤੁਸੀਂ ਦੇਖਿਆ ਸੀ ਸਰਕਲ ਆ ਤੇ ਇੱਥੇ ਆਰਕ ਹੈਗੀ ਆ ਤੇ ਆ ਰੇਡੀਅਸ ਆ ਥੀਟਾ ਕੀ ਸੀ L/R ਇੱਥੇ ਵੀ ਹੁਣ ਕੁਝ ਆਏਗੀ ਸਾਡੇ ਕੋਲ ਹੈ ਨਾ ਤਾਂ ਸੋਲਿਡ ਐਂਗਲ ਕਿਸ ਤਰ੍ਹਾਂ ਆਏਗਾ ਇਹ ਆਏਗਾ ਕੁਝ ਇਸ ਤਰ੍ਹਾਂ area on the surface of sphere मैं सर्कल लिया थी ले लिया sphere इतने क्या का radius the sphere ये ना solid angle साढ़े को इस तरह suppose we have a sphere here उन sphere ਆਪਾਂ 3 dimensional ਜਿਹੜੀ ਸਟਰਕਚਰ ਆ ਉਹ ਪਰ ਡਰਾ ਬੋਰਡ ਤੇ ਨਹੀਂ ਕਰ ਸਕਦੇ ਕਿਉਂਕਿ ਬੋਰਡ ਕੀ ਸਾਡੇ ਕੋਲ ਹੈਗਾ ਵਾ ਬੋਰਡ ਇੱਕ 2 dimensional ਸਪੇਸ ਹੈ ਤੇ ਫੁੱਟਬਾਲ ਹੀ ਬਣ ਜਾਣਾ ਇਹ ਹੁਣ ਫੁੱਟਬਾਲ ਮੈਂ ਐਸਾ ਬਣਾਵਾਂਗਾ ਪਹਿਲਾਂ ਮੈਂ ਇਸ ਤਰ੍ਹਾਂ ਬਣਾਇਆ ਸੀ ਤੇ ਮੈਂ ਕੀ ਕਹਤਾ ਸੀ ਇਟ ਇਜ਼ ਅ ਸਰਕਲ ਹੁਣ ਮੈਂ ਕਹਿੰਦਾ ਦਿਸ ਇਜ਼ ਏ ਸਫੀਅਰ ਇਹ ਫੁੱਟਬਾਲ ਹੈਗਾ ਇਹ ਫੁੱਟਬਾਲ ਇੱਥੇ ਨਹੀਂ ਬਣ ਰਿਹਾ ਫੁੱਟਬਾਲ ਤੁਹਾਡੇ ਦਿਮਾਗ 'ਚ ਬਣਦਾ ਪਿਆ ਤੁਸੀਂ ਆਪਣੀ ਬੈਜਿੰਗ 'ਚ ਕੀਤਾ ਵੀ ਵੀ ਆਰ ਟਾਕਿੰਗ ਅਬਾਊਟ ਏ ਫੁੱਟਬਾਲ ਆਓ ਇੱਕ ਸਾਡੇ ਕੋਲ ਸਫੀਅਰ ਹੈ उस स्फीयर ते कोई एरिया ले लिया पैसे का ते कोई सा ले लिया ऐसा ना कोई सा ले लिया ये मान लो कोई एरिया वा से दिस एरिया इज ए इना के सा ले लिया ये एरिया ऐसे का ते एक सॉलिड एंगल बना लिया दैट इज दैट द रेडियस कितना है r दैट इज कॉल्ड सॉलिड एंगल ਇਹਦਾ ਸਿੰਬਲ ਕੀ ਸਾਡੇ ਕੋਲ ਹੁੰਦਾ ਇਹਨੂੰ ਕਹਿੰਦੇ ਸਿਗਮਾ ਹੋਮ ਟਾਈਪ ਦਾ ਹੈ area वालों A आ this is radius का square साढ़े solid angle वास्ते इस तरह सिग्मा पाना ओमेगा मेगा का वर्ड आ इन्हें यूज करते हैं इस तरह ले लिया का so this is the symbol for solid angle solid angle साढ़े को है this A upon R square this is the definition of the solid angle ठीक है जी it is the 3-dimensional angle subtended by an area on the surface of sphere ਕਿਤੇ at the center of the sphere ਉੱਥੇ ਬਣਾ ਰਿਹਾ ਹੈ ਉਹਨੂੰ ਇਹ ਕਹਿੰਦੇ ਆ solid angle ਹੁਣ ਗੱਲ ਕੀ ਸਾਡੇ ਕੋਲ ਆ ਰਹੀ ਹੈ ਇਹ ਆਨਸਰ 1 ਕਦੋਂ ਆਏਗਾ ਮੇਰਾ ਕੰਮ ਕੀ ਆ ਇਹਦਾ ਯੂਨਿਟ ਕੀ ਹੈ ਇਹਦਾ ਯੂਨਿਟ ਕੀ ਹੈਗਾ ਸਟੇ ਰੇਡੀਅਨ ਇੱਥੇ ਯੂਨਿਟ ਲੈ ਕੇ ਆਉਣਾ ਇੱਕ ਵੈਲਿਊ ਕੀ ਦੇਖੀਏ ਆਪਾਂ if a is equal to r squares अगला एरिया वा ਆਪਾਂ ਕਿੰਨਾ ਲੈ ਲਈਏ ਜਿੰਨਾ r ਦਾ ਸਕੁਅਰ ਹੈਗਾ ਤੇ ਫਿਰ ਕੀ ਆਏਗਾ ਦੈਨ ਆਪਾਂ ਇਹਨੂੰ ਜੇ ਸਿੰਬਲ ਪੇ ਖਾਦਾ ਹੀ ਸ਼ੁਰੂ ਕਰ ਦਿੰਦੇ ਸੋਲਿਡ ਐਂਗਲ ਹੀ ਕਹਿ ਦਿੰਦੇ ਆਪਾਂ ਲੋ ਹੋਰ ਕੰਮ ਸਿੰਪਲ ਕਰ ਲਿਆ ਤੇ ਕੀ ਆਏਗਾ ਦੈਨ ਸੋਲਿਡ ਐਂਗਲ ਕਿੰਨਾ ਆ ਗਿਆ ਸਾਡੇ ਕੋਲ देयरफॉर सॉलिड एंगल r square बटा r square is equal to 1 ਇਹ ਜਿਹੜਾ 1 ਆਏ ਆਪਾਂ ਕਹਾਂਗੇ ਸਟੇ ਰੇਡੀਅਨ तो डेफिनेशन समझ आ गई देखिए कि और तो है लिखो चाहे ना लिखो तो समझ आ चुकी है it is the space angle just into the solid angle made at center of a sphere by an area on its surface equal to square of radius मैं शॉर्ट चो लेता इट द सॉलिड एंगल made at center किहदे द्वारा सेंटर दे बनदा है by sphere center of a sphere by an area on its surface किदा equal to the square of radius इन्हें खुल के लिखना है तो डेफिनेशन इस तरह लिखो लंबी हो जाए कोई गल नहीं ज्यादा समझ आए तो लिखिए if area
on the surface of sphere is chosen to be equal to if an area on the surface sphere is chosen to be equal to square of radius then the space angle या नाम की लो solid angle subtended by this area at the center of sphere is steradian। फिर वो steradian होएगा साढ़े को बात समझ आ गई। अगर मैं इतने बनाने की कोशिश करा तो जाएगा दिस एंगल इज 1 SR डन यानी कहता ओमेगा देखिए ओमेगा इज इक्वल टू 1 SR के दो when A is equal to R square ਜਦੋਂ area taken on the surface of the sphere is equal to the R into R ਕੀ ਬਣ ਗਿਆ ਇਹਦਾ ਸਕੇਅਰ ਆ ਇੱਕ ਸਕੇਅਰ ਲਿਆ ਆਪਾਂ ਜਿਹਦੀ ਦੋਨੋਂ ਸਾਈਡ ਕੀ ਆ R ਦੇ ਬਰਾਬਰ ਸਕੇਅਰ ਦੀ ਸਾਈਡ ਕੀ ਸਾਰੀ ਸਾਈਡ ਇਕੁਅਲ ਹੁੰਦੀਆਂ ਤੇ ਸਕੇਅਰ ਲੈ ਸਾਈਡ ਦੇ ਬਰਾਬਰ R ਦੇ ਬਰਾਬਰ ਉਹ ਸਕੇਅਰ ਦਾ ਏਰੀਆ ਲੈ ਲਿਆ ਆਪਾਂ R ਸਕੇਅਰ ਆਇਆ ਤੇ ਉਸ ਏਰੀਆ ਦੇ ਬਰਾਬਰ ਅਸੀਂ ਸਫੀਅਰ ਦੇ ਏਰੀਆ ਲੈ ਲਿਆ ਉਹ ਹੁਣ ਜਿੰਨਾ ਸੋਲਡ ਐਂਗਲ ਬਣਾਏਗੀ that which is called 1 steradian ਸੋ ਆ ਦੋ ਯੂਨਿਟ ਆਪਾਂ ਇੰਪੋਰਟੈਂਟ ਸੀ ਸਾਡੇ ਸਾਹਮਣੇ ਇਹ ਆਪਾਂ ਸਮਝ ਲਿਆ ਅੱਜ ਦੇ ਲੈਕਚਰ ਹੁਣ ਗੱਲ ਦਾ ਰਿਮਾਂਚ ਕਲੀਅਰ ਹੋ ਗਈ ਆ ਐਂਗਲਸ ਆਰ ਟੂ ਟਾਈਪਸ ਕਿਹੜੇ ਕਿਹੜੇ ਨੇ ਪਲੇਨ ਐਂਗਲ ਐਂਡ ਸੋਲਿਡ ਐਂਗਲ ਦੋ ਤਰ੍ਹਾਂ ਦੇ ਐਂਗਲ ਨੇ ਇਸ ਕਰਕੇ ਸਾਡੇ ਕੋਲ ਦੋ ਤਰ੍ਹਾਂ ਦੇ ਯੂਨਿਟਸ ਨੇ ਹੁਣ ਅਸੀਂ ਜਦੋਂ ਸਾਇੰਟਿਫਿਕ ਯੂਨਿਟਸ ਯੂਜ਼ ਕਰ ਰਹੇ ਨੇ ਫਿਰ ਆਪਾਂ ਡਿਗਰੀ ਦੀ ਗੱਲ ਨਹੀਂ ਕਰਨੀ ਤੇ ਠੀਕ ਹੈ ਸਾਡੇ ਕੋਲ ਦੋ ਯੂਨਿਟਸ ਕਿਹੜੇ ਕਿਹੜੇ ਆ ਗਏ ਨੇ एक साइड को आ गया फ्रो प्लेन एंगल एक आपका केड़ा आ गया सॉलिड एंगल एच फिर की केड़ा क्या आएगा रेडियन इधर सिंबल की है RAD इधर कौन है स्टेरेडियन इधर सिंबल की है SR फिर ਅਸੀਂ ਦੇਖਿਆ ਕਿ 1 रेडियन ਜਿਹੜਾ ਵਾ ਇਹਦਾ ਰਿਲੇਸ਼ਨ ਵੀ ਕਰਨਾ ਹੁੰਦਾ ਵਾ ਆਪਾਂ ਕਹਿ ਸਕਦੇ ਹਾਂ 2 ਪਾਈ ਰੇਡੀਅਨ ਇਜ਼ ਇਕੁਅਲ ਟੂ 360 ਡਿਗਰੀ ਇਹ ਵੀ ਆਪਾਂ ਚੇਤਾ ਰੱਖਣਾ ਹੈ ਤਾਂ ਕੋਈ ਗੱਲਾਂ ਅਸੀਂ ਕੀਤੀਆਂ ਗਿਆ ਵਾ ਉਮੀਦ ਹੈ ਕਿ ਤੁਸੀਂ ਸਮਝੋਗੇ ਚੰਗੀ ਤਰ੍ਹਾਂ ਸੋ ਅਸੀਂ 7 ਡੈਫੀਨੇਸ਼ਨਸ ਉਹ ਡੈਫੀਨੇਸ਼ਨ ਸਮਝਣੀਆਂ ਵਾ ਹਲਕੀਆਂ ਹਲਕੀਆਂ ਯਾਦ ਕਰਨ ਦੀ ਕੋਈ ਜ਼ਰੂਰਤ ਨਹੀਂ ਆਹ ਡੈਫੀਨੇਸ਼ਨ ਬਾਰੇ ਪੁੱਛ ਸਕਦੇ ਆਪਾਂ ਨੂੰ ਰੇਡੀਅਨ ਕੀ ਹੈਗਾ ਸਟੇਰੇਡੀਅਨ ਕੀ ਡਿਫਾਈਨ ਕਰੋ ਥੈਂਕ ਯੂ ਕਲਾਸ।